ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ ਵਿਸ਼ਵ ਭਰ ਦੇ ਸਰੋਤਿਆਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੁੱਚੇ ਜੀਵਨ ਦੇ ਬਾਬਤ। ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਪੁਰਬ ਅੱਜ ਵਿਸ਼ਵ ਭਰ ਦੇ ਵਿੱਚ ਸੰਗਤਾਂ ਸ਼ਰਧਾ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ ਤੇ ਨਾਲ ਹੀ ਅਸੀਂ ਆਪਣੇ ਵੱਲੋਂ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 401 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਸੰਗਤਾਂ ਤੱਕ ਪਹੁੰਚਾਉਣਗੇ ਗਿਆਨੀ ਅਮਰਿੰਦਰ ਸਿੰਘ ਜੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ। ਤੇ ਸਭ ਤੋਂ ਪਹਿਲਾ ਮੇਰਾ ਜਿਹੜਾ ਸਵਾਲ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਕਿੱਥੇ ਅਤੇ ਕਦੋਂ ਹੁੰਦਾ ਹੈ? ਸਭ ਤੋਂ ਪਹਿਲਾਂ ਵਿਸ਼ਵ ਦੇ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਜੋ ਸਿੱਖ ਚੈਨਲ ਯੂਕੇ ਦੇ ਮਾਧਿਅਮ ਰਾਹੀਂ ਲਗਾਤਾਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੁੜਦੇ ਨੇ, ਉਹਨਾਂ ਸਮੂਹ ਸੰਗਤ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 400 ਸਾਲਾ ਸ਼ਤਾਬਦੀ ਦੀ ਸੰਪੂਰਨਤਾ ਤੇ ਲੱਖ ਲੱਖ ਵਧਾਈਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ, ਉਹਨਾਂ ਦੇ ਮਹਿਲ ਨੇ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅੰਮ੍ਰਿਤਸਰ ਦੀ ਉਹ ਪਾਵਨ ਧਰਤੀ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਜਿਤ ਨਾਤੇ ਕਊਆ ਹੰਸ ਹੋਵੇ। ਇਸ ਪਾਵਨ ਧਰਤੀ ਬਾਰੇ ਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਇਹ ਪਾਵਨ ਧਰਤੀ ਦੇ ਅਸਥਾਨ, ਅੱਜ ਜਿਸ ਅਸਥਾਨ ਨੂੰ ਅਸੀਂ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਦੇ ਨਾਲ ਜਾਣਦੇ ਹਾਂ, ਇਸ ਸਥਾਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਰਿਹਾਇਸ਼ ਕਰਨਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਉਹ ਵੀ ਇਸੇ ਸਥਾਨ ਤੇ ਰਿਹਾਇਸ਼ ਉਹਨਾਂ ਨੇ ਰੱਖੀ। ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ, ਉਹਨਾਂ ਦੀ ਰਿਹਾਇਸ਼ ਵੀ ਇਸੇ ਹੀ ਅਸਥਾਨ ਤੇ ਹੈ। ਪਹਿਲਾਂ ਸਭ ਤੋਂ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਬਾਅਦ ਵਿੱਚ ਇੱਕ ਧੀ ਦਾ ਜਨਮ ਹੁੰਦਾ ਹੈ ਜਿਨ੍ਹਾਂ ਦਾ ਨਾਮ ਬੀਬੀ ਵੀਰੋ ਇਤਿਹਾਸ ਦੇ ਵਿੱਚ ਲਿਖਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੁੱਤਰ ਔਰ ਇੱਕ ਧੀ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ, ਬਾਬਾ ਅਨੀ ਰਾਏ, ਬਾਬਾ ਸੂਰਜਮਲ, ਤੇ ਸਭ ਤੋਂ ਛੋਟੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਸ਼ਤਾਬਦੀ ਪ੍ਰਕਾਸ਼ ਗੁਰਪੁਰਬ ਆਪ ਸੰਗਤਾਂ ਦੇਸ਼ ਤੇ ਵਿਦੇਸ਼ ਦੇ ਵਿੱਚ ਮਨਾਉਂਦੇ ਪਏ ਹੋ। ਅੰਮ੍ਰਿਤ ਵੇਲੇ ਦਾ ਸਮਾਂ ਹੈ 1 ਅਪ੍ਰੈਲ ਸਨ 1621 ਨੂੰ ਇੱਕ ਗੁਰਸਿੱਖ ਪਿਆਰੇ ਨੇ ਆ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਉਸ ਵੇਲੇ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਪਏ ਨੇ, ਤੇ ਸਤਿਗੁਰੂ ਮਹਾਰਾਜ ਨੂੰ ਆ ਕੇ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਘਰ, ਆਪ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਇੱਕ ਬਾਲਕ ਨੇ ਜਨਮ ਲਿਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਉਸ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੁਣਦਿਆਂ ਹੋਇਆਂ ਮਹਾਰਾਜ ਇੱਕਦਮ ਉੱਠ ਕੇ ਨਹੀਂ ਗਏ। ਦੇਖੋ, ਇੱਕ ਇਤਿਹਾਸ ਜਿਹੜਾ ਹੈ ਨਾ ਜੀ, ਇਤਿਹਾਸ ਸਾਨੂੰ ਕਿਵੇਂ ਅਸੀਂ ਗੁਰਬਾਣੀ ਦਾ ਸਤਿਕਾਰ ਕਰਨਾ ਇਹ ਵੀ ਸਿਖਾਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਸਾ ਕੀ ਵਾਰ ਦਾ ਕੀਰਤਨ ਨਿਰੰਤਰ ਚੱਲਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ, ਇਹ ਨਹੀਂ ਕਿ ਘਰ ਦੇ ਵਿੱਚ ਪੁੱਤਰ ਹੋਇਆ ਤੇ ਉਹ ਇੱਕਦਮ ਉੱਠ ਕੇ ਚਲੇ ਗਏ ਹੋਣ। ਸਤਿਗੁਰੂ ਮਹਾਰਾਜ ਪਾਤਸ਼ਾਹ ਜਦੋਂ ਸਮਾਪਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਘਰੇ ਜਾ ਕੇ, ਜਿਸ ਨੂੰ ਅਸੀਂ ਗੁਰੂ ਕੇ ਮਹਿਲ ਅਸਥਾਨ ਆਖਦੇ ਹਾਂ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਜਾ ਕੇ ਬਾਲਕ ਦੇ ਦਰਸ਼ਨ ਕੀਤੇ, ਬਾਲਕ ਨੂੰ ਆਪਣੀ ਗੋਦ ਵਿੱਚ ਲੈਣਾ ਕੀਤਾ। ਬਾਬਾ ਬਿਧੀ ਚੰਦ ਸਾਹਿਬ ਉਸ ਵੇਲੇ ਇਤਿਹਾਸ ਕਹਿੰਦਾ ਇੱਕ ਨਾਲ ਹੈ, ਸਤਿਗੁਰੂ ਮਹਾਰਾਜ ਜੀ ਨੇ ਬਾਲਕ ਨੂੰ ਜਦੋਂ ਆਪਣੇ ਗੋਦ ਵਿੱਚ ਚੁੱਕਣਾ ਕੀਤਾ ਤੇ ਮਹਾਰਾਜ ਜੀ ਨੇ ਥੋੜਾ ਸੀਸ ਝੁਕਾਇਆ। ਬਾਬਾ ਬਿਧੀ ਚੰਦ ਨੇ ਉਸ ਵੇਲੇ ਪੁੱਛਿਆ ਸੀ, ਕਹਿਣ ਲੱਗੇ ਮਹਾਰਾਜ ਸੀਸ ਕਿਉਂ ਝੁਕਾਇਆ? ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਉਹ ਬਾਲਕ ਹੈ ਜਿਹੜਾ ਜ਼ੁਲਮ ਦੇ ਅੱਗੇ ਅੜ ਖਲੋਵੇਗਾ। ਕਿਸੇ ਦੇ ਉੱਤੇ ਵੀ ਜ਼ੁਲਮ ਹੁੰਦਾ ਹੋਵੇ, ਪਰਮਾਤਮਾ ਨੇ ਇਹਨੂੰ ਅੜ ਖੜਨ ਦੀ ਤਾਕਤ ਦਿੱਤੀ ਹੈ ਤੇ ਅਰਦਾਸ ਕਰਦੇ ਹਾਂ ਅਸੀਂ ਕਿ ਇਸੇ ਤਰ੍ਹਾਂ ਜ਼ੁਲਮ ਦੇ ਅੱਗੇ ਅੜ ਖਲੋਵੇ। ਸੋ ਬਚਪਨ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਗੁਰੂ ਕੇ ਮਹਿਲ ਅਸਥਾਨ ਉੱਪਰ ਧੰਨ ਮਾਤਾ ਨਾਨਕੀ ਜੀ ਦੀ ਕੁੱਖ ਤੋਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਨ 1621 ਨੂੰ 1 ਅਪ੍ਰੈਲ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਜੀ। ਸੋ ਗੱਲ ਕਰੀਏ ਉਹਨਾਂ ਦੇ ਬਚਪਨ ਦੀ, ਤਾਂ ਬਚਪਨ ਜਿਹੜਾ ਆ ਉਹ ਕਿਵੇਂ ਬੀਤਦਾ ਆ ਫਿਰ, ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੱਲੋਂ ਭਵਿੱਖਤ ਦੇ ਬਾਰੇ ਦੇ ਵਿੱਚ ਕੁਝ ਵਿਚਾਰ ਜਿਹੜੇ ਕਹੇ ਗਏ, ਕੁਝ ਗੱਲਾਂ ਜਿਹੜੀਆਂ ਕਹੀਆਂ ਗਈਆਂ
ਜਿਹੜੀ ਇੱਕ ਪਿਆਰੀ ਘਟਨਾ ਆ ਉਹਦਾ ਵੀ ਮੈਂ ਚਾਹੂੰਗਾ ਕਿ ਜ਼ਿਕਰ ਤੁਸੀਂ ਜ਼ਰੂਰ ਜਿਹੜਾ ਆ ਉਹ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਰਿਆਂ ਤੋਂ ਵੱਡੇ ਸਪੁੱਤਰ ਜਿਹੜੇ ਨੇ ਬਾਬਾ ਗੁਰਦਿੱਤਾ ਜੀ, ਉਹਨਾਂ ਦਾ ਆਨੰਦ ਕਾਰਜ ਹੈ ਜੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਰਿਆਂ ਤੋਂ ਛੋਟੇ ਨੇ, ਘਰ 'ਚ ਛੋਟਾ ਬਾਲਕ ਹੋਵੇ ਤੇ ਲਾਡ ਵੀ ਬਹੁਤਾ ਉਸ ਨਾਲ ਕੀਤਾ ਜਾਂਦਾ ਹੈ ਜੀ। ਹੁਣ ਵਿਆਹ ਦਾ ਜਦੋਂ ਸਮਾਗਮ ਰਚਿਆ ਗਿਆ ਤੇ ਸਾਰਿਆਂ ਤੋਂ ਸੋਹਣੇ ਬਸਤਰ ਜਿਹੜੇ ਸੀ ਉਹ ਸਭ ਤੋਂ ਛੋਟੇ ਪੁੱਤਰ ਵਾਸਤੇ ਤਿਆਰ ਕਰਾਏ ਗਏ। ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਮਾਤਾ ਜੀ ਤਿਆਰ ਕਰਦੇ ਨੇ, ਬਿਲਕੁਲ ਛੋਟੀ ਜੀ ਆਰਬਾ, ਇਤਿਹਾਸਕਾਰ ਕਹਿੰਦੇ ਨੇ 4 ਸਾਲ ਤਕਰੀਬਨ ਉਦੋਂ ਸਰੀਰਕ ਉਮਰ ਹੈ ਜੀ। ਤੇ ਮਹਾਰਾਜ ਨੂੰ ਜਦੋਂ ਮਾਤਾ ਜੀ ਤਿਆਰ ਕਰ ਦਿੰਦੇ ਨੇ ਤੇ ਉਹ ਟਹਿਲਣ ਵਾਸਤੇ ਘਰ ਤੋਂ ਬਾਹਰ ਚਲੇ ਜਾਂਦੇ ਆ। ਘਰ ਤੋਂ ਬਾਹਰ ਗਏ ਤੇ ਇੱਕ ਛੋਟੇ ਜਿਹੇ ਬਾਲਕ, ਆਪਣੀ ਹਮ ਉਮਰ ਬਾਲਕ ਨੂੰ ਦੇਖਿਆ, ਉਹ ਪੈਰਾਂ ਤੋਂ ਨੰਗਾ ਹੈ, ਉਹਦੇ ਸਰੀਰ ਦੇ ਉੱਤੇ ਕੱਪੜਾ ਕੋਈ ਨਹੀਂ। ਸੁਭਾਵਕ ਪੁੱਛਿਆ ਕਿ ਕਹਿਣ ਲੱਗੇ ਕਿ ਤੈਨੂੰ ਠੰਡ ਨਹੀਂ ਲੱਗਦੀ, ਤੂੰ ਕੱਪੜੇ ਕਿਉਂ ਨਹੀਂ ਪਾਏ? ਉਹਨੇ ਬਾਲਕ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਕਿ ਤੁਸੀਂ ਗੁਰੂ ਕੀ ਸੰਤਾਨ ਹੋ, ਤੁਹਾਡੇ ਤਨ ਦੇ ਉੱਤੇ ਬਹੁਤ ਕੀਮਤੀ ਦੁਸ਼ਾਲੇ ਸ਼ੋਭਦੇ ਨੇ ਜੀ, ਪਰ ਅਸੀਂ ਗਰੀਬ ਲੋਕ ਹੁੰਨੇ ਆ, ਸਾਡੇ ਕੋਲ ਕਈ ਵਾਰੀ ਧਨ ਨਹੀਂ ਹੁੰਦਾ ਜਿੰਦੇ ਕਰਕੇ ਅਸੀਂ ਕੱਪੜੇ ਖਰੀਦ ਸਕੀਏ ਜਾਂ ਸਰੀਰ ਦੀਆਂ ਲੋੜਾਂ ਪੂਰੀਆਂ ਕਰ ਸਕੀਏ। ਇਸ ਕਰਕੇ ਮੇਰੇ ਮਾਤਾ ਪਿਤਾ ਦੇ ਕੋਲ ਅਸੀਂ ਗਰੀਬ ਹੋਣ ਕਰਕੇ ਧਨ ਪਦਾਰਥ ਨਹੀਂ, ਜਿਸ ਕਰਕੇ ਮੈਂ ਆਪਣੇ ਸਰੀਰ ਦੇ ਉੱਤੇ ਕੱਪੜੇ ਨਹੀਂ ਪਾ ਸਕਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸੇ ਵੇਲੇ ਆਪਣਾ ਜੋੜਾ ਉਤਾਰਿਆ, ਉਸ ਬਾਲਕ ਨੂੰ ਦੇ ਦਿੱਤਾ। ਆਪਣੇ ਬਸਤਰ ਉਤਾਰੇ, ਉਹ ਵੀ ਉਸ ਬਾਲਕ ਨੂੰ ਦੇ ਦਿੱਤੇ। ਜਦੋਂ ਵਾਪਸ ਘਰੇ ਪਰਤਦੇ ਨੇ ਤੇ ਘਰੇ ਪਰਤਣ ਤੋਂ ਬਾਅਦ ਵਿੱਚ ਮਾਤਾ ਨਾਨਕੀ, ਜ਼ਾਹਰ ਜੀ ਗੱਲ ਸੀ ਕਿ ਜਦੋਂ ਉਹ ਘਰੇ ਪਰਤੇ ਤੇ ਤਿਆਰ ਹੋ ਕੇ ਗਏ ਸੀ, ਹੁਣ ਬਿਨਾਂ ਕੱਪੜਿਆਂ ਤੋਂ ਆਉਂਦੇ ਨੇ ਤੇ ਮਾਤਾ ਨਾਨਕੀ ਜੀ ਗੁੱਸਾ ਕਰਕੇ ਆਖਦੇ ਨੇ ਕਿ ਬੇਟਾ ਮੈਂ ਤਾਂ ਤਿਆਰ ਕਰਕੇ ਭੇਜਿਆ ਸੀ, ਬਹੁਤ ਕੀਮਤੀ ਵਸਤਰ ਸਨ, ਉਹ ਕਿੱਥੇ ਨੇ? ਤੇ ਇੰਨੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਆਉਂਦੇ ਨੇ ਤੇ ਮਹਾਰਾਜ ਕਹਿੰਦੇ ਨੇ ਕੀ ਹੋਇਆ, ਕਿਉਂ ਬਾਲਕ ਨੂੰ ਡਾਂਟਦੇ ਪਏ ਹੋ? ਤੇ ਮਾਤਾ ਜੀ ਕਹਿੰਦੇ ਦੇਖੋ ਕੱਪੜੇ ਪਤਾ ਨਹੀਂ ਕਿੱਥੇ ਲਾ ਕੇ ਸੁੱਟ ਆਇਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾ ਕੇ ਆਖਦੇ ਨੇ, ਕਹਿਣ ਲੱਗੇ ਇਸ ਦਾ ਸੁਭਾਅ ਹੈ, ਇਹ ਅੱਜ ਤਾਂ ਕੇਵਲ ਕਿਸੇ ਦੇ ਤਨ ਨੂੰ ਨੰਗਿਆਂ ਦੇਖਿਆ ਤੇ ਤਨ ਨੰਗਿਆਂ ਦੇਖ ਕੇ ਇਹ ਆਪਣੇ ਤਨ ਦੇ ਉੱਤੇ ਪਾਇਆ ਹੋਇਆ ਚੋਲਾ ਦਾਨ ਕਰਕੇ ਆ ਗਿਆ। ਸਮਾਂ ਆਵੇਗਾ ਇਸ ਸਰੀਰ ਦਾ ਚੋਲਾ ਜਿਹੜਾ ਹੈ ਉਹ ਵੀ ਦਾਨ ਕਰ ਦੇਵੇਗਾ। ਇਹ ਭਵਿੱਖਤ ਬਚਨ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਿ ਸਮਾਂ ਆਉਣ ਤੇ ਇਸ ਸਰੀਰ ਦਾ ਚੋਲਾ ਜਿਹੜਾ ਹੈ ਉਹਨੂੰ ਵੀ ਦਾਨ ਕਰ ਦੇਵੇਗਾ। ਭੱਟ ਚਾਂਦ ਜੀ ਦੇ ਬਚਨ ਨੇ, ਉਹ ਆਖਦੇ ਨੇ ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਧੰਨ ਗੁਰੂ ਤੇਗ ਬਹਾਦਰ ਏਡੀ ਮਹਾਨ ਵਿਸ਼ਾਲਤਾ ਦੇ ਮਾਲਕ ਨੇ ਕਿ ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਸਕਦੇ ਨੇ। ਔਰ ਉਹਨਾਂ ਦੀ ਮਹਾਨਤਾ ਹੈ ਕਿ ਉਹਨਾਂ ਨੇ ਦੂਸਰੇ ਦਾ ਧਰਮ ਬਚਾਉਣ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਜਿਹੜਾ ਹੈ ਉਹਨਾਂ ਨੇ ਕਰਨਾ ਕੀਤਾ ਹੈ। ਜੀ ਬਿਲਕੁਲ, ਸਿੰਘ ਸਾਹਿਬ ਜੀ ਬਹੁਤ ਹੀ ਸੁੰਦਰ ਵਿਚਾਰਾਂ ਸੰਗਤਾਂ ਦੇ ਨਾਲ ਕਰ ਰਹੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਵਿਚਾਰ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਸੋ ਅਗਲਾ ਸਵਾਲ ਜਿਹੜਾ ਮੇਰਾ ਉਹ ਇਹ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ ਜਿਹੜਾ ਆ ਉਹ ਕਦੋਂ ਤੇ ਕਿਹਨਾਂ ਨਾਲ ਫਿਰ ਹੁੰਦਾ ਹੈ? ਧੰਨ ਗੁਰੂ ਤੇਗ ਬਹਾਦਰ ਮਹਾਰਾਜ 13 ਸਾਲ ਉਹਨਾਂ ਦੀ ਇਤਿਹਾਸ ਨੇ ਉਮਰ ਲਿਖੀ ਹੈ, ਜਿਸ ਵੇਲੇ ਮਾਤਾ ਸਤਿਕਾਰਯੋਗ ਮਾਤਾ ਗੁਜਰੀ ਜੀ ਜਿਹੜੇ ਪਿੱਛੋਂ ਲਖਨੌਰ ਦੇ ਲੈਣ ਵਾਲੇ ਨੇ ਤੇ ਪਰ ਉਸ ਸਮੇਂ ਮੌਜੂਦਾ ਜਿਹੜਾ ਸਮਾਂ ਸੀ ਉਹ ਦੁਆਬੇ ਦੇ ਵਿੱਚ ਨਗਰ ਹੈ ਕਰਤਾਰਪੁਰ ਸਾਹਿਬ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਸਾਉਣਾ ਕੀਤਾ ਸੀ। ਉੱਥੋਂ ਦੇ ਭਾਈ ਲਾਲ ਚੰਦ ਨੇ, ਜਿਨ੍ਹਾਂ ਦੀ ਇਹ ਸਪੁੱਤਰੀ ਹੈ ਮਾਤਾ ਗੁਜਰੀ ਜੀ, ਉਹਨਾਂ ਦੇ ਨਾਲ ਆਨੰਦ ਕਾਰਜ ਹੁੰਦਾ ਹੈ। ਇੱਕ ਬੜੀ ਇਤਿਹਾਸ ਨੇ ਪਿਆਰੀ ਘਟਨਾ ਲਿਖੀ, ਜਿਸ ਵੇਲੇ ਆਨੰਦ ਕਾਰਜ ਸੰਪੂਰਨ ਹੋਇਆ, ਜਿਵੇਂ ਬੜੀ ਅਧੀਨਤਾ ਦੇ ਨਾਲ, ਬੜੀ ਨਿਮਰਤਾ ਦੇ ਨਾਲ ਲੜਕੀ ਪਰਿਵਾਰ ਵਾਲੇ ਹਮੇਸ਼ਾ ਹੀ ਆਪਣੀਆਂ ਨਿਗਾਹ ਨੂੰ ਲੜਕਿਆਂ ਪਰਿਵਾਰ ਦੇ ਅੱਗੇ ਝੁਕਾ ਕੇ ਰੱਖਦੇ ਆ। ਤੇ ਇਸੇ ਤਰ੍ਹਾਂ ਲਾਲ ਚੰਦ ਜਿਹੜੇ ਨੇ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਆਉਂਦੇ ਨੇ ਤੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਆਖਦੇ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ, ਮੈਂ ਕਿੰਨੇ ਭਾਗਾਂ ਵਾਲਾ ਹਾਂ ਕਿ ਸਤਿਗੁਰੂ ਦੇ ਘਰ ਦੇ ਵਿੱਚ ਮੇਰੀ ਧੀ ਜਿਹੜੀ ਹੈ ਉਹ ਵਿਆਹੀ ਗਈ ਹੁੰਦਾ। ਆਨੰਦ ਕਾਰਜ ਆਪ ਜੀ ਦੇ ਸੁਪੁੱਤਰ ਨਾਲ ਹੋਇਆ। ਦੂਸਰੀ ਗੱਲ ਉਹਨਾਂ ਨੇ ਆਖੀ, ਕਹਿਣ ਲੱਗੇ ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਨਿਤਾਣਾ ਹਾਂ, ਲੜਕੀ ਵਾਲੇ ਹਾਂ ਅਸੀਂ, ਤੁਹਾਡੀ ਸੇਵਾ ਕਰਦੇ ਹਾਂ, ਸਿੱਖਾਂ ਦੀ ਸੇਵਾ ਕਰਦੇ ਹਾਂ, ਮੇਰੇ ਤੋਂ ਬਹੁਤ ਭੁੱਲਾਂ ਕਮੀਆਂ ਰਹਿ ਗਈਆਂ ਹੋਣਗੀਆਂ, ਮੈਨੂੰ ਮਾਫ ਕਰ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਆਪਣੇ ਕੁੜਮ ਭਾਈ ਲਾਲ ਚੰਦ ਜੀ ਨੂੰ ਆਪਣੀ ਛਾਤੀ ਨਾਲ ਲਾਇਆ, ਜੱਫੀ ਵਿੱਚ ਲੈ ਕੇ ਆਖਿਆ ਸੀ, ਜਹ ਤਨਜਾ ਅਰਪਣ ਕਰ ਦੀਨੀ ਤਹ ਪਾਛੇ ਕਿਆ ਰੱਖ ਲੀਨੀ। ਮਹਾਰਾਜ ਨੇ ਉੱਥੇ ਬਚਨ ਕਹੇ ਸੀ, ਕਹਿਣ ਲੱਗੇ ਦੇਖੋ, ਜਿਹਨੇ ਆਪਣੀ ਧੀ ਦੇ ਦਿੱਤੀ ਹੋਵੇ, ਜਿਹਨੇ ਆਪਣੇ ਜਿਗਰ ਦਾ ਟੁਕੜਾ ਕਿਸੇ ਦੂਸਰੇ ਦੀ ਝੋਲੀ ਵਿੱਚ ਪਾ ਦਿੱਤਾ ਹੋਵੇ,
ਉਹਨੇ ਪਿੱਛੇ ਕੀ ਰੱਖ ਲਿਆ ਹੈ। ਜੀ ਅੱਜ ਦੇਖੋ ਸਮਾਜ ਜਿਹੜਾ ਹੈ, ਸਮਾਜ ਦੇ ਵਿੱਚ ਲੜਕਿਆਂ ਨੂੰ ਵੇਚਿਆ ਜਾ ਰਿਹਾ ਹੈ ਜੀ 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 ਕਿ ਰਿਸ਼ਤੇ ਜਦੋਂ ਕੀਤੇ ਜਾਂਦੇ ਨੇ, ਉਹਨਾਂ ਰਿਸ਼ਤਿਆਂ ਦੇ ਵਿੱਚ ਆਪਣੇ ਪੁੱਤਰਾਂ ਦੀਆਂ ਪੜ੍ਹਾਈਆਂ ਦੇ ਜਾਂ ਉਹਨਾਂ ਦੇ ਉੱਚੇ ਰੁਤਬਿਆਂ ਦੇ ਮੁੱਲ ਲਾਏ ਜਾਂਦੇ ਨੇ ਜੀ। ਕਿ ਮੇਰਾ ਪੁੱਤਰ ਇੰਨੀ ਜਾਇਦਾਦ ਦਾ ਮਾਲਕ ਹੈ, ਮੇਰਾ ਪੁੱਤਰ ਇਸ ਰੁਤਬੇ ਦੇ ਉੱਤੇ ਆ, ਤੇ ਲੜਕੀ ਆ ਦੇ ਉੱਤੇ ਇਹ ਬੋਝ ਪਾਇਆ ਜਾਂਦਾ ਹੈ ਕਿ ਦੱਸੋ ਤੁਸੀਂ ਕੀ ਦੇਵੋਗੇ। ਜਦ ਕਿ ਸਾਨੂੰ ਇਤਿਹਾਸ ਦੇ ਵਿੱਚੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜਿਹਨੇ ਆਪਣੀ ਧੀ ਦੇ ਦਿੱਤੀ, ਕਿਸੇ ਦੂਸਰੇ ਵਾਸਤੇ ਅਰਪਣ ਕਰ ਦਿੱਤੀ, ਉਹਦੇ ਪਿੱਛੇ ਕੀ ਰੱਖ ਲਿਆ। ਇਸ ਤੋਂ ਵੱਡਾ ਹੋਰ ਕੀ ਬਲੀਦਾਨ ਹੋ ਸਕਦਾ ਅਗਲੇ ਵਾਸਤੇ ਕਿ ਜਿਹਨੂੰ ਲਾਡ ਦੇ ਨਾਲ, ਪਿਆਰ ਦੇ ਨਾਲ ਧੀ ਨੂੰ ਪਾਲਿਆ, ਉਹਨੂੰ ਦੂਸਰੇ ਦੀ ਝੋਲੀ ਵਿੱਚ ਪਾਉਂਦੇ ਪਏ ਨੇ। ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਇਹ ਵੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਕਿ ਉਹਨਾਂ ਦਾ ਨਾਮ ਪਹਿਲਾਂ ਹੋਰ ਸੀਗਾ, ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਹੜੀ ਚੌਥੀ ਜੰਗ ਸੀਗੀ ਉਹਦੇ ਵਿੱਚ ਉਹਨਾਂ ਨੇ ਬੜੇ ਜੌਹਰ ਦਿਖਾਏ, ਜਿੱਥੋਂ ਫਿਰ ਉਹਨਾਂ ਦਾ ਨਾਮ ਜਿਹੜਾ ਆ ਉਹ ਬਦਲਿਆ ਗਿਆ। ਉਹ ਕੀ ਘਟਨਾ ਸੀਗੀ, ਜ਼ਰੂਰ ਸੰਗਤਾਂ ਨਾਲ ਕੁਝ ਵਿਦਵਾਨ, ਵੱਖ-ਵੱਖ ਵਿਦਵਾਨ ਜਿਹੜੇ ਨੇ ਉਹ ਲਿਖਦੇ ਨੇ ਕਿ ਮਹਾਰਾਜ ਜੀ ਦਾ ਨਾਮ ਤਿਆਗਮਲ ਸੀ, ਤੇਗਮਲ ਸੀ। ਸੋ ਇਸ ਕਰਕੇ ਇਹ ਘਟਨਾ ਜਦੋਂ ਵਾਪਰਦੀ ਹੈ ਨਾ, ਸਤਿਗੁਰੂ ਮਹਾਰਾਜ ਉਦੋਂ 13 ਸਾਲ ਦੀ ਉਮਰ ਹੈ ਤੇ ਇਹ ਚੌਥੀ ਜੰਗ ਕਰਤਾਰਪੁਰ ਦੇ ਵਿੱਚ ਹੁੰਦੀ ਹੈ ਤੇ ਇਹ ਸਿੱਖ ਇਤਿਹਾਸ ਦੀ ਉਹ ਪਹਿਲੀ ਜੰਗ ਸੀ ਜਦੋਂ ਗੁਰੂ ਕੇ ਮਹਿਲ ਜਾਂ ਗੁਰੂ ਕੇ ਪਰਿਵਾਰ ਨੇ ਇਸ ਜੰਗ ਨੂੰ ਕੋਠਿਆਂ ਦੇ ਉੱਪਰ, ਛੱਤ ਦੇ ਉੱਪਰ ਖੜ ਕੇ ਸਾਰੀ ਜੰਗ ਦਾ ਹਾਲ ਦੇਖਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ 13 ਸਾਲ ਦੀ ਉਮਰ ਦੇ ਵਿੱਚ ਇਸ ਜੰਗ ਦੇ ਵਿੱਚ ਗਏ ਨੇ, ਜੰਗ ਲੜੀ, ਤਲਵਾਰ ਦੇ, ਕਿਰਪਾਨ, ਤੇਗ ਦੀ ਜ਼ੋਹਰ ਵਿਖਾਏ ਨੇ ਇੱਥੇ। ਔਰ ਇੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇੰਨੀ ਬਹਾਦਰੀ ਦੇ ਨਾਲ ਜੰਗ ਲੜਦੇ ਨੇ ਕਿ ਮਾਤਾ ਨਾਨਕੀ ਜੀ ਉਹਨਾਂ ਨੇ ਸੁਨੇਹਾ ਵੀ ਵਿੱਚ ਭੇਜਿਆ, ਇੱਕ ਸਿੱਖ ਨੂੰ ਭੇਜਿਆ ਤੇ ਕਿਹਾ ਕਿ ਬਾਲਕ ਤੇਗ ਬਹਾਦਰ ਨੂੰ ਕਹੋ ਕਿ ਵਾਪਸ ਆ ਜਾਏ, ਥੱਕੇ ਹੋਣਗੇ। ਸਤਿਗੁਰੂ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ, ਕਹਿਣ ਲੱਗੇ ਸੂਰਮੇ ਦਾ ਕੰਮ ਨਹੀਂ ਕਿ ਮੈਦਾਨ ਦੇ ਜੰਗ ਦਾ ਮੈਦਾਨ ਭਖਿਆ ਹੋਵੇ ਤੇ ਉਹਨੂੰ ਛੱਡ ਕੇ ਬਾਹਰ ਵਾਪਸ ਆ ਜਾਓ। ਸੂਰਮਾ ਦੋ ਹੀ ਹਾਲਤ ਦੇ ਵਿੱਚ ਜੰਗੋਂ ਵਾਪਸ ਆਉਂਦਾ ਹੈ, ਜਾਂ ਸ਼ਹੀਦ ਹੋ ਕੇ ਆਉਂਦਾ ਹੈ ਤੇ ਜਾਂ ਜਿੱਤ ਕਰਕੇ ਆਉਂਦਾ ਹੈ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਖੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਜੰਗ ਦੀ ਸਮਾਪਤੀ ਹੁੰਦੀ ਹੈ, ਉਸ ਤੋਂ ਬਾਅਦ ਵਿੱਚ ਧੰਨ ਗੁਰੂ ਤੇਗ ਬਹਾਦਰ ਨੂੰ ਤੇਗ ਦੇ ਬਹਾਦਰ ਧਨੀ ਦਾ ਜ਼ੋਹਰ ਦਿਖਾਉਣ ਕਰਕੇ ਉਹਨਾਂ ਨੂੰ ਤੇਗ ਬਹਾਦਰ ਵੀ ਕਿਹਾ ਗਿਆ। ਇਤਿਹਾਸ ਵਿੱਚ ਗੁਰੂ ਇਤਿਹਾਸ ਦੇ ਵਿੱਚ 3 ਐਸੇ ਪਿਆਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਬਹਾਦਰੀ ਦਾ ਖਿਤਾਬ ਮਿਲਿਆ। ਇੱਕ ਬਾਬਾ ਬਿਧੀ ਚੰਦ ਜੀ, ਜਿਨ੍ਹਾਂ ਨੂੰ ਬਾਬਾ ਬਿਧੀ ਚੰਦ ਬਹਾਦਰ ਕਰਕੇ ਕਿਹਾ ਗਿਆ। ਦੂਸਰੇ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਕਰਤਾਰਪੁਰ ਦੀ ਜੰਗ ਤੋਂ ਬਾਅਦ ਤੇਗ ਬਹਾਦਰ ਕਿਹਾ ਗਿਆ। ਤੀਸਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਬਾਬਾ ਬੰਦਾ ਸਿੰਘ, ਉਹਨਾਂ ਨੂੰ ਬਹਾਦਰ ਕਰਕੇ ਜਿਹੜਾ ਸੀ ਉਹ ਪੰਥ ਦੇ ਵਿੱਚ ਨਵਾਜਿਆ ਗਿਆ, ਬਾਬਾ ਬੰਦਾ ਸਿੰਘ ਬਹਾਦਰ। ਸੋ ਇਹ 3 ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਬਹਾਦਰ ਦਾ ਖਿਤਾਬ ਵੀ ਦਿੱਤਾ ਗਿਆ ਹੈ। ਜੀ ਜ਼ਿਕਰ ਕਰੀਏ ਜੇਕਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ, ਤਾਂ ਕਦੋਂ ਗੁਰੂ ਸਾਹਿਬ ਨੂੰ ਹੁਕਮ ਹੋਇਆ ਉੱਥੇ ਜਾਣ ਦਾ? ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਸ ਵੇਲੇ ਗੁਰਤਾ ਗੱਦੀ ਤੇ ਬੈਠਦੇ ਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਸਰੂਪ ਸਮਾਉਣ ਲੱਗਦੇ ਨੇ ਸਨ 1644। ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਜੀ ਤੇ ਮਾਤਾ ਨਾਨਕੀ ਜੀ ਨੂੰ ਹੁਕਮ ਕਰ ਦਿੱਤਾ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਕਿਉਂਕਿ ਮਾਤਾ ਨਾਨਕੀ ਦਾ ਇਹ ਪੇਕਾ ਪਿੰਡ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੂੰ ਹੁਕਮ ਕਰਦੇ ਪਏ ਨੇ ਕਿ ਆਪ ਜੀ, ਗੁਜਰੀ ਜੀ ਤੇ ਤੇਗ ਬਹਾਦਰ ਜੀ, ਆਪ ਜੀ ਨੇ ਬਕਾਲੇ ਨਗਰ ਵਿੱਚ ਚਲੇ ਜਾਣਾ। ਹਾਲਾਂਕਿ ਬਾਬਾ ਸ਼ਬਦ ਜਿਹੜਾ ਸੀ ਉਹ ਗੁਰਤਾ ਗੱਦੀ ਦੇ ਸਮੇਂ ਤੋਂ ਬਾਅਦ ਵਿੱਚ ਜੁੜਦਾ, ਜਦੋਂ ਗੁਰੂ ਤੇਗ ਬਹਾਦਰ ਗੁਰਤਾ ਗੱਦੀ ਤੇ ਬੈਠਦੇ ਨੇ ਉਦੋਂ ਕੇਵਲ ਬਕਾਲਾ ਸ਼ਬਦ ਸੀ। ਸੋ ਗੁਰੂ ਸਾਹਿਬ ਜੀ ਨੇ ਆਪ ਹੁਕਮ ਕੀਤਾ ਸੀ ਕਿ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਮਿਲਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਕਮ ਕਰ ਦਿੰਦੇ ਆ ਕਿ ਆਪ ਜੀ ਮਾਤਾ ਨਾਨਕੀ ਜੀ ਨੂੰ ਕਿ ਆਪ ਜੀ ਪਰਿਵਾਰ ਸਮੇਤ ਜਿਹੜਾ ਹੈ ਉਹ ਬਾਬੇ ਬਕਾਲੇ ਦੀ ਧਰਤੀ ਤੇ ਜਾਣਾ ਕਰੋ। ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਜ਼ਿਕਰ ਕਰੀਏ ਗੁਰਤਾ ਗੱਦੀ ਦੀ ਪ੍ਰਾਪਤੀ ਦਾ, ਤਾਂ ਫਿਰ ਗੁਰਤਾ ਗੱਦੀ ਦੀ ਪ੍ਰਾਪਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਵੇਂ ਹੁੰਦੀ? ਸਨ 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਅੰਦਰ ਜੋਤੀ ਜੋਤ ਸਮਾਉਂਦੇ ਨੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਬਚਨ ਕੇਵਲ ਇਸ਼ਾਰੇ ਮਾਤਰ ਆਖੇ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ। ਉਹ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜਦੋਂ ਬਚਨ ਆਖਦੇ ਆ ਤੇ ਉਹਨਾਂ ਦਾ ਇਸ਼ਾਰਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਵੱਲ ਹੈ, ਕਿਉਂਕਿ ਉਹ ਰਿਸ਼ਤੇ ਦੇ ਵਿੱਚ ਦਾਦੇ ਲੱਗਦੇ ਨੇ। ਬਾਬਾ ਗੁਰਦਿੱਤਾ ਜੀ ਦੇ ਪੋਤਰੇ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਨੇ ਗੁਰੂ ਤੇਗ ਬਹਾਦਰ ਮਹਾਰਾਜ। ਸੋ ਗੁਰਤਾ ਗੱਦੀ ਜਿਸ ਵੇਲੇ ਦਿੰਦੇ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ, ਤੋ ਇਹ ਇਸ਼ਾਰਾ ਸੀ ਕੇਵਲ, ਪਰ ਇਸ ਇਸ਼ਾਰੇ ਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਅਨੁਸਾਰ ਢਾਲਣਾ ਕੀਤਾ।
22 ਐਸੇ ਲੋਕ ਸਨ ਜਿਨ੍ਹਾਂ ਨੇ ਦਾਅਵਾ ਕਰ ਦਿੱਤਾ, ਜਿਨ੍ਹਾਂ ਵਿੱਚੋਂ ਧੀਰਮੱਲ ਵੀ ਇੱਕ ਹੈ ਜੀ। ਕਿ ਅਸੀਂ ਗੁਰੂ ਹਾਂ ਤੇ ਸਾਡੇ ਵੱਲੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਸੀ। ਸੋ ਇਹ 1664 ਦੇ ਵਿੱਚ ਜਿਹੜਾ ਗੁਰਤਾ ਗੱਦੀ ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਅਗਲੀ ਜੋਤ ਅਗਲੇ ਸਰੀਰ ਨੂੰ ਜਿਹੜਾ ਹੈ ਉਹ ਦੇਣਾ ਕਰਦੇ ਨੇ। ਫਿਰ ਉਦੋਂ ਹੀ ਬਾਬਾ ਬਕਾਲਾ ਵਿਖੇ ਫਿਰ ਪ੍ਰਗਟ ਜਦੋਂ ਹਾਂ, ਹੁੰਦੇ ਆ, ਜਦੋਂ ਫਿਰ ਉਹ ਬਾਬਾ ਬਸੇ ਗ੍ਰਾਮ ਬਕਾਲੇ, ਸੋ ਉਸ ਵੇਲੇ ਹੀ ਜਿਹੜਾ ਹੈ ਬਕਾਲਾ ਸ਼ਬਦ ਵਰਤਿਆ ਗਿਆ। ਜਿਹੜਾ ਪ੍ਰਗਟ ਹੋਣਾ ਹੈ ਉਹ ਬਾਅਦ ਵਿੱਚ ਹੁੰਦਾ ਹੈ। ਬੜਾ ਤਕੜਾ ਸ਼ਾਹੂਕਾਰ ਹੈ ਜਿੰਦੇ ਸ਼ਿਪ ਚੱਲਦੀਆਂ ਨੇ, ਸਮੁੰਦਰੀ ਬੇੜੇ ਚੱਲਦੇ ਨੇ। ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਉਹਦਾ ਜਹਾਜ਼ ਜਿਹੜਾ ਹੈ ਉਹ ਬਰੇਤੇ ਵਿੱਚ ਗੁਜਰਾਤ ਦੀ ਬੰਦਰਗਾਹ ਤੋਂ ਲੱਗਣ ਤੋਂ ਪਹਿਲਾਂ ਫਸ ਜਾਂਦਾ ਹੈ ਜੀ। ਜਹਾਜ਼ ਡੋਲਣ ਲੱਗਦਾ ਹੈ। ਹੁਣ ਸਿੱਖ ਜਿਹੜਾ ਹੈ ਉਹ ਸਿੱਖੀ ਦੇ ਵਿੱਚ ਪਰਪੱਖ ਹੈ ਤੇ ਬਹੁਤ ਪੁਰਾਣਾ ਜੁੜਿਆ ਹੋਇਆ। ਇਹਨਾਂ ਦਾ ਪਰਿਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਜੁੜਦਾ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਦਾਸਾ ਜੀ ਇਹਨਾਂ ਦੇ ਪਿਤਾ ਨੇ, ਉਹਨਾਂ ਦਾ ਸੰਸਕਾਰ ਆਪਣੇ ਹੱਥੀਂ ਜਿਹੜਾ ਸੀ ਉਹ ਕਸ਼ਮੀਰ ਜਾਂਦੇ ਨੇ ਤੇ ਮਹਾਰਾਜ ਨੇ ਆਪਣੇ ਹੱਥੀਂ ਕੀਤਾ ਸੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਪਿਤਾ ਜੀ ਦਾ। ਜਦੋਂ ਬੇੜਾ ਡੋਲਦਾ ਹੈ ਤੇ ਉਸ ਡੋਲ ਦੇ ਬੇੜੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਬਾਬਾ ਮੱਖਣ ਸ਼ਾਹ ਲੁਬਾਣਾ ਅਰਦਾਸ ਕਰਦੇ ਨੇ, ਮਹਾਰਾਜ ਬੇੜਾ ਬੰਨੇ ਲੱਗ ਜਾਏ, ਮੈਂ ਭੇਟਾ ਕਰਨ ਵਾਸਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵਾਂਗਾ। ਕਈਆਂ ਨੇ ਉੱਥੇ 500 ਮੋਹਰ ਦਾ ਜ਼ਿਕਰ ਕੀਤਾ ਹੈ। ਫਿਰ ਬਾਬਾ ਮੱਖਣ ਸ਼ਾਹ ਲੁਬਾਣਾ ਜਿਸ ਵੇਲੇ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦੇ, ਪਹਿਲੋਂ ਦਿੱਲੀ ਜਾਂਦੇ ਨੇ। ਦਿੱਲੀ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਮਹਾਰਾਜ ਬਚਨ ਕਹਿ ਕੇ ਗਏ ਨੇ ਕਿ ਬਾਬਾ ਬਸੇ ਗ੍ਰਾਮ ਬਕਾਲੇ। ਸੋ ਪਰਿਵਾਰ ਦੇ ਸਹਿਤ 500 ਸਿਪਾਹੀ ਇਹਨਾਂ ਦੇ ਨਾਲ ਆ ਉਸ ਵੇਲੇ, ਤੋਂ ਹਥਿਆਰਬੰਦ ਲੋਕ ਰੱਖਦੇ ਸੀ ਇਹ ਆਪਣੇ ਨਾਲ। ਸੋ ਬੜੀ ਤਕੜੀ ਸ਼ਖਸੀਅਤ ਦੇ ਮਾਲਕ ਸੀ। ਜਦੋਂ ਇਹ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚੇ ਤੇ 22 ਗੁਰੂਆਂ ਨੂੰ ਬਣਿਆ ਵੇਖ ਕੇ ਇਹਨਾਂ ਨੇ ਤਰਕੀਬ ਦੇ ਨਾਲ ਜਾਂ ਸੁਚੇਤਤਾ ਦੇ ਨਾਲ ਜਾਂ ਗੁਰਸਿੱਖੀ ਜਿਹੜੀ ਹੈ ਬਿਲਕੁਲ ਪਰਪੱਖ ਜਿਹੜਾ ਗੁਰਸਿੱਖੀ ਦੇ ਵਿੱਚ ਉਹ ਐਵੇਂ ਟਪਲਾ ਛੇਤੀ ਨਹੀਂ ਖਾਂਦਾ। ਬਿਲਕੁਲ ਉੱਥੇ ਗੱਦੀਆਂ ਲਾ ਕੇ ਕਹਿੰਦੇ ਕਿ ਬਹਿ ਗਏ ਸੀਗੇ ਕੁਝ ਬਿਲਕੁਲ। ਉਹਨਾਂ ਨੇ ਫਿਰ ਇੱਕ ਤਰਤੀਬ ਅਨੁਸਾਰ ਇੱਕ ਉਹਨਾਂ ਨੇ ਜਿੱਦਾਂ ਸਤਿਗੁਰੂ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਨ। ਸੋ ਉਹਨਾਂ ਨੇ 2-2 ਮੋਹਰਾਂ ਜਿਹੜੀਆਂ ਸੀ ਉਹ ਸਾਰਿਆਂ ਦੇ ਅੱਗੇ ਰੱਖੀਆਂ। ਧੀਰਮੱਲ ਦੇ ਅੱਗੇ 5 ਰੱਖੀਆਂ ਨੇ ਕਿਉਂਕਿ ਉਹ ਗੁਰੂ ਪਰਿਵਾਰ ਚੋਂ ਕਰਕੇ ਉਹਨਾਂ ਸਤਿਕਾਰ ਕੀਤਾ। ਪਰ ਕਿਸੇ ਨੇ ਵੀ ਉਹ 500 ਮੋਹਰ ਦਾ ਜ਼ਿਕਰ ਨਹੀਂ ਕੀਤਾ ਕਿ ਤੁਸੀਂ ਉਸ ਵੇਲੇ ਕਿਹਾ ਸੀ ਕਿ 500 ਮੋਹਰ ਭੇਟ ਕਰਾਂਗਾ। ਅਖੀਰ ਤੇ ਫਿਰ ਉਹਨਾਂ ਨੇ ਪੁੱਛਿਆ, ਕਹਿੰਦੇ ਕੋਈ ਹੋਰ ਹੈ ਇੱਥੇ? ਕਿਸੇ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਵੀ ਇੱਥੇ ਹੀ ਰਹਿੰਦੇ ਨੇ। ਉਹ ਜ਼ਿਆਦਾਤਰ ਭੋਰੇ ਦੇ ਵਿੱਚ ਰਹਿੰਦੇ ਨੇ, ਬੰਦਗੀ ਕਰਦੇ ਨੇ। ਔਰ ਬੰਦਗੀ ਦਾ ਸਮਾਂ ਉੱਥੇ ਰਵਾਇਤਾਂ ਦੇ ਅਨੁਸਾਰ ਲਿਖਿਆ ਹੈ ਕਿ 26 ਸਾਲ 9 ਮਹੀਨੇ 13 ਦਿਨ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੇਕਰ ਬਚਨ ਪੜ੍ਹ ਕੇ ਦੇਖੋ, ਮਹਾਰਾਜ ਕਹਿੰਦੇ ਨੇ ਕਿ ਤਾਤ ਮਾਤ ਮੁਰ ਅਲਖ ਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿੰਨ ਪ੍ਰਭ ਕਰੀ ਇਲਾਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਿ ਪਿਤਾ ਨੇ ਤਪ ਵੀ ਕੀਤਾ, ਮਾਤਾ ਨੇ ਵੀ ਉਨਾ ਹੀ ਨਾਲ ਤਪ ਰਹਿ ਕੇ ਕੀਤਾ, ਮਾਤਾ ਗੁਜਰੀ ਜੀ ਨੇ, ਤਾਂ ਸਾਡਾ ਸੰਸਾਰ ਦੇ ਵਿੱਚ ਆਉਣਾ ਹੋਇਆ ਹੈ। ਸੋ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਜਾਂਦੇ ਆ, 5 ਮੋਹਰਾਂ ਰੱਖ ਕੇ ਮੱਥਾ ਟੇਕਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਮੋਢੇ ਦੇ ਉੱਤੋਂ ਪਰਨਾ ਲਾ ਕੇ ਪਾਸੇ ਕਰ ਦਿੰਦੇ ਨੇ ਤੇ ਕਹਿੰਦੇ ਆ ਦੇਖ ਅਜੇ ਘਾਸੀ ਅਜੇ ਉਹ ਰਗੜ ਵੀ ਉਸੇ ਤਰ੍ਹਾਂ ਲੱਗੀ ਕਿ ਤੇਰੇ ਜਹਾਜ਼ ਨੂੰ ਮੋਢਾ ਦਿੱਤਾ ਸੀ। ਗੱਲ ਮਾਇਆ ਦੀ ਨਹੀਂ, ਗੱਲ ਹੈ ਕਿ ਤੂੰ ਕਿਹਾ ਸੀ ਕਿ ਮੈਂ 500 ਭੇਟ ਕਰਨੀ ਆ, ਤੂੰ 5 ਰੱਖਦਾ ਪਿਆ ਹੈ। ਉੱਥੇ ਫਿਰ ਉਹਨੇ ਚਰਨ ਫੜ ਕੇ ਕਿਹਾ ਸੀ, ਸਤਿਗੁਰੂ ਮਹਾਰਾਜ ਤੁਸੀਂ ਸੰਸਾਰ 'ਚ ਪ੍ਰਗਟ ਹੋ, ਕਿਉਂਕਿ ਸਿੱਖ ਜਿਹੜੇ ਨੇ ਉਹ 22 ਜਾਣੇ ਬਾਹਰ ਲੁੱਟਣ ਵਾਲੇ ਬੈਠੇ ਹੋਏ ਨੇ। ਉਹ 22 ਜਾਣੇ ਜਿਹੜੇ ਨੇ ਉਹ ਸਿੱਖਾਂ ਨੂੰ ਭਰਮ ਦੇ ਵਿੱਚ ਭੁਲੇਖਿਆਂ ਵਿੱਚ ਪਾਈ ਫਿਰਦੇ ਨੇ ਤੇ ਕਿਤੇ ਇਹ ਨਾ ਹੋਵੇ ਕਿ ਸਿੱਖ ਸੰਗਤ ਜਿਹੜੀ ਹੈ ਉਹ ਕਿਤੇ ਗੁਰੂ ਤੋਂ ਦੂਰ ਰਹਿ ਕਰਕੇ ਕਿਸੇ ਦੂਸਰੇ ਪਾਸੇ ਨੂੰ ਉਹ ਰਾਹ ਇਖਤਿਆਰ ਕਰ ਲੈਣ। ਫਿਰ ਸਤਿਗੁਰੂ ਮਹਾਰਾਜ ਨੇ ਉੱਥੇ ਕਿਹਾ ਸੀ, ਕਹਿਣ ਲੱਗੇ ਮੱਖਣ ਸ਼ਾਹ ਨਹੀਂ, ਪ੍ਰਗਟ ਅਸੀਂ ਨਹੀਂ ਹੋਣਾ ਚਾਹੁੰਦੇ, ਜੇ ਤੂੰ ਸ਼ੋਰ ਮਚਾਏਂਗਾ ਤੇ ਮੂੰਹ ਕਾਲਾ ਕੀਤਾ ਜਾਏਗਾ। ਬਾਬਾ ਮੱਖਣ ਸ਼ਾਹ ਨੇ ਉੱਥੇ ਬਾਹਰ ਗਏ, ਮਾਤਾ ਨਾਨਕੀ ਜਿੱਥੇ ਪ੍ਰਸ਼ਾਦੇ ਪਕਾਉਂਦੇ ਸੀ ਉਹ ਤਵਾ ਲਿਆ ਤੇ ਕਾਲਖ ਆਪਣੇ ਚਿਹਰੇ ਤੇ ਆਪ ਮਲ ਲਈ। ਕਹਿੰਦੇ ਮਹਾਰਾਜ ਤੁਹਾਡਾ ਹੁਕਮ ਸੀ ਨਾ ਮੂੰਹ ਕਾਲਾ ਬਾਅਦ ਚ ਕਰਾਂਗੇ, ਮਹਾਰਾਜ ਮੈਂ ਪਹਿਲਾਂ ਹੀ ਮੂੰਹ ਕਾਲਾ ਕਰ ਲੈਣਾ ਹੈ। ਤੇ ਕੋਠੇ ਤੇ ਚੜ ਕੇ ਤੇ ਪੱਲੂ ਫੇਰ ਕੇ ਕਿਹਾ ਸੀ ਕਿ ਸਾਚਾ ਗੁਰੂ ਲਾਧੋ ਰੇ। ਸੋ ਮਹਾਰਾਜ ਨੂੰ ਉੱਥੇ ਫਿਰ ਬਾਬਾ ਮੱਖਣ ਸ਼ਾਹ ਲੁਬਾਣਾ ਪ੍ਰਗਟ ਕਰਦੇ ਨੇ। ਬਿਲਕੁਲ ਜੀ। ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਵਿਸ਼ਵ ਭਰ ਦੀਆਂ ਸੰਗਤਾਂ ਦੇ ਨਾਲ ਕਰ ਰਹੇ ਨੇ। ਗੁਰੂ ਨਾਨਕ ਦੀ ਜੋਤ ਦੇ 9ਵੇਂ ਨੂਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੇ ਉੱਤੇ ਚਰਚਾ ਜਿਹੜੀ ਆ ਉਹ ਹੋ ਰਹੀ ਆ, ਗੱਲਬਾਤ ਜਿਹੜੀ ਆ ਉਹ ਹੋ ਰਹੀ ਆ। ਸੋ ਅੱਗੇ ਚੱਲਦੇ ਆ। ਸਿੰਘ ਸਾਹਿਬ ਜੀ ਗੱਲ ਕਰੀਏ ਅੰਮ੍ਰਿਤਸਰ ਆਉਣ ਦੀ, ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਵੇਂ ਸ਼ੁਰੂਆਤ 'ਤੇ ਜ਼ਿਕਰ ਹੋਇਆ ਕਿ ਉਹਨਾਂ ਦਾ ਪ੍ਰਕਾਸ਼ ਜਿਹੜਾ ਹੈ ਗੁਰੂ ਕੇ ਮਹਿਲ ਵਿਖੇ ਹੋਇਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਆ ਉਹ ਇੱਥੇ ਟਿਕਾਣਾ ਨਹੀਂ ਕੀਤਾ। ਬਾਅਦ ਦੇ ਵਿੱਚ ਫਿਰ ਕਦੋਂ ਅੰਮ੍ਰਿਤਸਰ ਆਉਣਾ ਹੋਇਆ? ਇਹ ਲੰਮਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਰਹੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਫਿਰ ਉੱਥੇ ਰਹਿੰਦੇ ਨੇ ਮਹਾਰਾਜ ਪਹਿਲੋਂ ਹਜ਼ੂਰੀ ਵਿੱਚ, ਫਿਰ ਹੁਕਮ ਦੇ ਨਾਲ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਕਾਫੀ ਚਿਰ ਉਹਨਾਂ ਨੇ ਲੰਮਾ ਜਿਹੜੇ ਸੀ ਉਹ ਸਾਧਨਾ ਦੇ ਵਿੱਚ ਰਹੇ ਨੇ।
ਜਦੋਂ ਗੁਰਤਾਗਤੀ ਪ੍ਰਗਟ ਹੋ ਜਾਂਦੇ ਨੇ, ਹਾਲਾਂਕਿ ਛੀਏ ਮਸੰਦ ਦੇ ਰਾਹੀਂ ਧੀਰਮਲ ਨੇ ਗੋਲੀ ਵੀ ਚਲਾਈ, ਮਹਾਰਾਜ ਪਾਤਸ਼ਾਹ ਜੀ ਦੇ ਉਹ ਬਿਲਕੁਲ ਕਹਿੰਦੇ ਨੇ ਕੰਨ ਦੇ ਲਾਗੋਂ ਛੂ ਕੇ ਲੰਘ ਗਏ। ਖਰੋਚ ਥੋੜੀ ਜੀ ਸਤਿਗੁਰ ਮਹਾਰਾਜ ਜੀ ਦੇ ਆਉਂਦੀ ਹੈ, ਪਰ ਮਹਾਰਾਜ ਨੇ ਕੌੜਾ ਬਚਨ ਕੋਈ ਨਹੀਂ ਕਿਹਾ। ਮਹਾਰਾਜ ਕਹਿੰਦੇ ਨੇ ਭਲੇ ਧੀਰਮਲ, ਭਲੇ ਧੀਰਮਲ, ਭਲੇ ਧੀਰਮਲ। ਧੀਰ ਮਹਾਰਾਜ ਨੇ ਫਿਰ ਵੀ ਭਲਾ ਹੀ ਕਿਹਾ। ਉਸ ਤੋਂ ਬਾਅਦ ਵਿੱਚ ਸੱਚੇ ਪਾਤਸ਼ਾਹ ਪ੍ਰਗਟ ਜਦੋਂ ਹੁੰਦੇ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਰਾਹੀਂ, ਫਿਰ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ। ਇੱਥੇ ਪਿਰਥੀ ਚੰਦ ਦਾ ਪਰਿਵਾਰ, ਜਿਹਨਾਂ ਨੂੰ ਰਹਿਤ ਮਰਿਆਦਾ 'ਚ ਅਸੀਂ ਪੜ੍ਹਦੇ ਆ ਨਾ ਜੀ, ਕਿ ਇੱਕ ਤਾਂ ਮੀਨੇ ਹੋ ਗਏ, ਮਸੰਦ ਹੋ ਗਏ, ਜਾਂ ਧੀਰ ਮੱਲੀਏ ਹੋ ਗਏ, ਰਾਮ ਰਈਏ ਹੋ ਗਏ, ਇਹ ਧੀਰਮਲ ਦਾ ਪਰਿਵਾਰ ਹੈ। ਪਿਰਥੀ ਚੰਦ ਦਾ, ਮਾਫ ਕਰਨਾ, ਪਿਰਥੀ ਚੰਦ ਦੇ ਪਰਿਵਾਰ ਨੂੰ ਮੀਨਿਆਂ ਦਾ ਪਰਿਵਾਰ ਆਖਿਆ ਜਾਂਦਾ ਹੈ। ਪਿਰਥੀ ਚੰਦ ਦਾ ਅੱਗੇ ਪੁੱਤਰ ਹੈ ਮਿਹਰਬਾਨ, ਮਿਹਰਬਾਨ ਦਾ ਅੱਗੇ ਪੁੱਤਰ ਹੈ ਹਰਜੀ ਮੀਨਾ, ਤੇ ਹਰਜੀ ਮੀਨਾ ਦਾ ਅੱਗੇ ਪੁੱਤਰ ਸੀ ਨਾਰਾਇਣ ਰਾਏ, ਜਿੰਦਾ ਉਸ ਵੇਲੇ ਹਰਮੰਦਰ ਸਾਹਿਬ ਦਾ ਪ੍ਰਬੰਧ ਦਾ ਜਿਹਦੇ ਕੋਲ ਸੀ। ਗੁਰੂ ਤੇਗ ਬਹਾਦਰ ਜਦੋਂ ਅੰਮ੍ਰਿਤਸਰ ਪਹੁੰਚਦੇ ਆ ਤੇ ਇਹਨਾਂ ਨੇ ਦਰਵਾਜ਼ੇ ਦਰਸ਼ਨ ਡਿਓੜੀ ਦੇ ਬੰਦ ਕਰਵਾ ਦਿੱਤੇ। ਮਹਾਰਾਜ ਨੇ ਸਰੋਵਰ 'ਚ ਇਸ਼ਨਾਨ ਕੀਤਾ। ਅਕਾਲ ਤਖਤ ਸਾਹਿਬ ਦੇ ਬਿਲਕੁਲ ਖੱਬੇ ਪਾਸੇ ਜਿਹੜਾ ਸਥਾਨ ਹੈ ਗੁਰਦੁਆਰਾ ਥੜਾ ਸਾਹਿਬ, ਉਸ ਸਥਾਨ ਤੇ ਮਹਾਰਾਜ ਕੁਝ ਸਮਾਂ ਬੈਠੇ। ਉੱਥੋਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਵੱਲੇ ਆ ਜਾਂਦੇ ਆ। ਹਾਲਾ ਇਤਿਹਾਸ 'ਚ ਬਚਨ ਮਿਲਦੇ ਨੇ ਕਿ ਸਤਿਗੁਰ ਮਹਾਰਾਜ ਨੇ ਕਿਹਾ ਸੀ, ਨਹਿਮ ਸੰਦ ਤੁਮ ਅੰਮ੍ਰਿਤਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਕਿ ਤੁਸੀਂ ਆਪਣੇ ਆਪ ਨੂੰ ਅੰਮ੍ਰਿਤਸਰ ਦੇ ਮਸੰਦ ਆਖਦੇ ਹੋ, ਪਰ ਅੰਦਰ ਤੁਹਾਡੇ ਈਰਖਾ ਦੀ ਅੱਗ ਬਲਦੀ ਪਈ ਹੈ। ਤੇ ਵੱਲੇ ਦੀ ਸੰਗਤ ਵਾਸਤੇ ਮਹਾਰਾਜ ਨੇ ਕਿਹਾ ਸੀ ਕਿ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਸੋ ਮਹਾਰਾਜ ਪਾਤਸ਼ਾਹ ਅੰਮ੍ਰਿਤਸਰ ਆਏ। ਅੰਮ੍ਰਿਤਸਰ ਤੋਂ ਬਾਅਦ ਵਿੱਚ ਸਿੱਖ ਸੰਗਤ ਦੇ ਨਾਲ ਹੀ ਮਹਾਰਾਜ ਵੱਲੇ ਦੀ ਧਰਤੀ ਤੇ ਜਾਂਦੇ ਨੇ। ਜੀ ਬਿਲਕੁਲ। ਉਸ ਤੋਂ ਬਾਅਦ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚੱਕ ਨਾਨਕੀ ਨਗਰ ਕਿਵੇਂ ਜਿਹੜਾ ਆ ਉਹ ਵਸਾਉਣਾ ਕੀਤਾ? ਇਹ ਜੀ ਚੱਕ ਨਾਨਕੀ ਜਿੱਥੇ ਨਗਰ ਵਸਾਇਆ ਗਿਆ, ਜਿਸ ਨੂੰ ਅਸੀਂ ਅੱਜ ਅਨੰਦਪੁਰ ਸਾਹਿਬ ਆਖਦੇ ਹਾਂ ਜੀ, ਇਹ ਨਗਰ ਦਾ ਜਿਹੜਾ ਪੁਰਾਣਾ ਇਤਿਹਾਸ ਇਹਨੂੰ ਦੇਖਦੇ ਹਾਂ ਤੇ ਇਹਨੂੰ ਮਾਖੋਵਾਲ ਦੀ ਜ਼ਮੀਨ ਆਖਿਆ ਜਾਂਦਾ ਹੈ ਜੀ। ਮਾਖੋ ਨਾਮ ਦਾ ਇੱਕ ਦੈਂਤ ਕਿਹਾ ਜਾਂਦਾ ਸੀ, ਜਿਹੜਾ ਇੱਥੇ ਨਗਰ ਵਸਣ ਨਹੀਂ ਸੀ ਦਿੰਦਾ। ਜਦੋਂ ਕੋਈ ਨਗਰ ਵਸਦਾ ਸੀ ਉਹ ਉਹਨੂੰ ਖਤਮ ਕਰ ਦਿੰਦਾ ਸੀ, ਥੇ ਕਰ ਦਿੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਥਾਂ ਜਿਹੜੀ ਅਨੰਦਪੁਰ ਸਾਹਿਬ ਦੀ, ਇਹਨੂੰ ਮੁੱਲ ਖਰੀਦਿਆ ਗਿਆ। ਹਾਲਾਂਕਿ ਬਿਲਾਸਪੁਰ ਦੀ ਰਾਣੀ ਚਾਹੁੰਦੀ ਸੀ ਕਿ ਮੈਂ ਭੇਟ ਕਰ ਦੇਵਾਂ, ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕੱਲ੍ਹ ਨੂੰ ਜਿੱਥੇ ਮੇਰੇ ਪੁੱਤਰ ਨੇ ਖਾਲਸਾ ਸੱਜਣਾ ਹੈ, ਉਹ ਕਿਸੇ ਦੀ ਦਾਨ ਦਿੱਤੀ ਜ਼ਮੀਨ ਨਹੀਂ ਹੋਈ ਚਾਹੀਦੀ, ਉਹ ਖਾਲਸੇ ਦੀ ਖੁਦ ਦੀ ਜ਼ਮੀਨ ਹੋਣੀ ਚਾਹੀਦੀ ਹੈ। ਸੱਚੇ ਪਾਤਸ਼ਾਹ ਨੇ 500 ਜਿਹੜਾ ਸੀ ਉਹ ਰੁਪਏ ਦੇ ਵਿੱਚ ਚੱਕ ਨਾਨਕੀ ਨਗਰ ਜਿੱਥੇ ਵਸਾਇਆ, ਉਹ ਮਾਖੋਵਾਲ ਦੀ ਜ਼ਮੀਨ ਖਰੀਦੀ। ਤੇ ਰਾਣੀ ਨੇ ਕਿਹਾ ਸੀ, ਮਹਾਰਾਜ ਇਹ ਤਾਂ ਨਗਰ ਵਸਣ ਹੀ ਨਹੀਂ ਦਿੰਦਾ, ਮਾਖੋ ਜਿਹੜਾ ਦੈਂਤ ਹੈ, ਮਾਖੋਵਾਲ ਨਗਰ ਨਹੀਂ ਅਜੇ ਤੱਕ ਵਸਿਆ। ਮਹਾਰਾਜ ਕਹਿੰਦੇ ਐਸਾ ਨਗਰ ਵਸਾ ਕੇ ਜਾਵਾਂਗੇ, ਸਾਰੀ ਦੁਨੀਆ ਭਾਵੇਂ ਖਤਮ ਹੋ ਜਾਏ ਪਰ ਇਹ ਨਗਰ ਕਦੀ ਖਤਮ ਨਹੀਂ ਹੋਏਗਾ, ਇਹ ਦੁਨੀਆ ਦੇ ਨਕਸ਼ੇ ਤੇ ਹਮੇਸ਼ਾ ਰਹੇਗਾ। ਸੋ ਮਹਾਰਾਜ ਜੀ ਨੇ ਜੂਨ ਦੇ ਮਹੀਨੇ ਸਨ 1665 ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਮੋੜੀ ਗੱਡੀ, ਆਪਣੇ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਤੇ ਉਹ ਨਗਰ ਵਸਾਉਣਾ ਕੀਤਾ, ਚੱਕ ਨਾਨਕੀ, ਜਿਹਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਹਿਲੀ ਵਾਰੀ ਅਨੰਦਪੁਰ ਸਾਹਿਬ ਆਉਂਦੇ ਨੇ ਤੇ ਮਹਾਰਾਜ ਉੱਥੇ ਆਨੰਦ ਸਾਹਿਬ ਦੀ ਬੜੀ ਪਿਆਰ ਦੇ ਨਾਲ ਸੰਗਤ ਨੇ ਬਾਣੀ ਪੜ੍ਹਦੇ ਪਏ ਨੇ, ਤੇ ਉਹ ਬਾਣੀ ਇੰਨੇ ਪਿਆਰ 'ਚ ਆਨੰਦ ਸਾਹਿਬ ਨੂੰ ਉਹਨਾਂ ਗਾਇਆ। ਮਹਾਰਾਜ ਨੂੰ ਬਹੁਤ ਆਨੰਦ ਆਇਆ ਤੇ ਮਹਾਰਾਜ ਕਹਿੰਦੇ ਇਸ ਨਗਰ ਦਾ ਨਾਮ ਹੀ ਆਨੰਦਪੁਰੀ ਹੋਣਾ ਚਾਹੀਦਾ ਹੈ, ਆਨੰਦਪੁਰ ਸਾਹਿਬ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਜਦੋਂ ਪਹਿਲੀ ਵਾਰੀ ਉਹ ਆਉਂਦੇ ਨੇ 5 ਸਾਲ ਦੀ ਉਮਰ ਦੇ ਵਿੱਚ, ਉਦੋਂ ਇਹ ਨਗਰ ਜਿਹੜਾ ਸੀ ਉਹ ਵਸਾਉਣਾ ਕੀਤਾ ਜੀ। ਅੰਤ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੁੱਚੇ ਜੀਵਨ ਦੇ ਉੱਤੇ ਅਸੀਂ ਚਰਚਾ ਕੀਤੀ, ਇਤਿਹਾਸ ਤੋਂ ਜਾਣੂ ਸੰਗਤਾਂ ਨੂੰ ਵੀ ਕਰਵਾਇਆ ਤੇ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵਸਦੇ ਨੌਜਵਾਨਾਂ ਨੂੰ ਵੀ ਕਰਾਇਆ। ਸੋ ਅੰਤ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਤੁਸੀਂ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਇੱਕ ਤਾਂ ਬਿਲਕੁਲ ਪ੍ਰੇਮ ਦੀ ਮੂਰਤ ਨੇ ਜੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਾਰੇ ਇਤਿਹਾਸ ਦੇ ਵਿੱਚ ਲਿਖਿਆ ਕਿ ਜਿੰਨੀ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹੇ, ਉਹਨਾਂ ਨੇ ਕਦੀ ਨੇਤਰ ਚੱਕ ਕੇ ਜਿਹੜਾ ਸੀ ਗੁਰੂ ਸਾਹਿਬ ਨੂੰ ਨਹੀਂ ਤੱਕਿਆ ਜੀ, ਨੀਵੀਂ ਪਾ ਕੇ ਬੈਠ ਜਾਂਦੇ ਸੀ ਜੀ। ਜੇਕਰ ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ ਕਿ ਦੱਸੋ ਇਹ ਤੁਹਾਡੇ ਪੁੱਤਰ ਨੀਵੀਂ ਕਿਉਂ ਪਾਉਂਦੇ ਨੇ, ਤੇ ਧੰਨ ਗੁਰੂ ਤੇਗ ਬਹਾਦਰ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬੁਲਾ ਕੇ ਕਿਹਾ ਸੀ, ਕਹਿਣ ਲੱਗੇ ਬੇਟਾ ਸੰਗਤ ਪੁੱਛਦੀ ਏ ਕਿ ਨੀਵੀਂ ਕਿਉਂ ਪਾ ਕੇ ਬੈਠਦੇ ਹੋ, ਤੇ ਗੁਰੂ ਤੇਗ ਬਹਾਦਰ ਹੱਥ ਜੋੜ ਕੇ ਆਖਦੇ, ਕਹਿੰਦੇ ਜਿਹੜਾ ਅੰਦਰਲੇ ਗੁਨਾਹਾਂ ਨੂੰ ਤੱਕ ਲੈਂਦਾ ਹੋਵੇ ਉਹਦੇ ਸਾਹਮਣੇ ਅੱਖਾਂ ਨਹੀਂ ਉੱਚੀਆਂ ਕੀਤੀਆਂ ਜਾ ਸਕਦੀਆਂ ਜੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਕਹਿੰਦੇ ਨੇ ਅੱਖਾਂ ਦੀਆਂ ਜਿਹੜੀਆਂ ਪੁਤਲੀਆਂ ਸੀ ਉਹ ਸਫੇਦ ਹੋ ਚੁੱਕੀਆਂ ਸੀ, ਹਰ ਵੇਲੇ ਅੱਖਾਂ ਨੇਤਰ ਜਿਹੜੇ ਸੀ ਉਹ ਰਸ ਦੇ ਨਾਲ ਜਾਂ ਜਲ ਦੇ ਨਾਲ ਸੇਜਲ ਹਮੇਸ਼ਾ ਰਹਿੰਦੇ ਸੀ।
ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਦੀ ਖਿੜ ਖੜਾ ਕੇ ਨਹੀਂ, ਅਸੀਂ ਹਮੇਸ਼ਾ ਗੰਭੀਰ ਪ੍ਰਕਿਰਤੀ ਦੇ ਸੁਭਾਅ ਦੇ ਸਨ। ਮੁਸਕਰਾਉਂਦੇ ਜ਼ਰੂਰ ਸਨ। ਜਦੋਂ ਉਹਨਾਂ ਦੇ ਉੱਪਰ ਸਤਿਗੁਰ ਮਹਾਰਾਜ ਖਿੜਾ ਹੋਣਾ, ਉਹਨਾਂ ਮੁਸਕਰਾਉਣਾ। ਜਿੱਦਣ ਸ਼ਹਾਦਤ ਹੋਣ ਤੋਂ ਬਾਅਦ ਸੀਸ ਅਨੰਦਪੁਰ ਸਾਹਿਬ ਆਇਆ ਸੀ ਤੇ ਮਾਤਾ ਨਾਨਕੀ ਜੀ ਨੇ ਕੋਲ ਚਿਹਰਾ ਕਰਕੇ ਤੇ ਸੀਸ ਨੂੰ ਤੱਕਿਆ ਤੇ ਉਦੋਂ ਕਹਿੰਦੇ ਇਤਿਹਾਸ ਬਚਨ ਕਹਿੰਦਾ ਹੈ ਕਿ ਮਾਤਾ ਨਾਨਕੀ ਜੀ ਆਖਦੇ ਨੇ ਕਿ ਮੇਰਾ ਪੁੱਤਰ ਸ਼ਹੀਦ ਹੋਇਆ, ਪਰ ਉਹਨੇ ਦੇ ਚਿਹਰੇ ਦੇ ਉੱਤੇ ਹੁਣ ਵੀ ਬਿਲਕੁਲ ਮੁਸਕਾਨ ਹੈ। ਸੋ ਸਤਿਗੁਰ ਮਹਾਰਾਜ ਜੀ ਦੀ ਸ਼ਖਸੀਅਤ ਸੀ ਕਿ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੇ, ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਪੂਰੇ ਸ਼ਬਦ 'ਚ ਮਹਾਰਾਜ ਇੱਕ ਜੀਵਨ ਜਾਚ ਦੱਸਦੇ ਆ ਕਿ ਕਿਵੇਂ ਦਾ ਬ੍ਰਹਮ ਗਿਆਨੀ ਦਾ ਜੀਵਨ ਹੋਣਾ ਚਾਹੀਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਪੜ੍ਹ ਕੇ ਦੇਖੋ। ਪਹਿਲੇ ਸ਼ਲੋਕ 'ਚ ਮਹਾਰਾਜ ਆਖਦੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੁਮੀਨ। ਦੂਸਰੇ ਤੇ ਪਰਉਪਕਾਰ ਕਰਨ ਦੀ ਭਾਵਨਾ। ਔਰ ਮਹਾਰਾਜ ਜੀ ਦਾ ਪੂਰਾ ਜੀਵਨ ਪੂਰਬ ਦਾ ਦੌਰਾ ਸਤਿਗੁਰ ਮਹਾਰਾਜ ਜੀ ਕਰਦੇ ਨੇ। ਉਹਦੇ ਵਿੱਚ ਸਾਰੇ ਜੀਵਨ ਦੇ ਵਿੱਚ ਪਰਉਪਕਾਰ ਹੀ ਹਨ ਕਿ ਮਹਾਰਾਜ ਨੇ ਜਿੱਥੇ ਗਏ ਉੱਥੇ ਪਰਉਪਕਾਰ ਕੀਤਾ। ਜੇਕਰ ਕਸ਼ਮੀਰੀ ਪੰਡਤ ਚੱਲ ਕੇ ਆਏ ਤੇ ਉਹਨਾਂ ਨੇ ਕਿਹਾ ਕਿ ਬਾਹਾਂ ਸਾਡੀ ਪਕੜੀਏ ਹਰਗੋਬਿੰਦ ਕੇ ਨੰਦ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਤਿਹਾਸ ਬਚਨ ਲਿਖਦਾ ਹੈ ਕਿ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋਡੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਵਿਲੱਖਣ ਜੀਵਨ ਹੈ ਉਹਨਾਂ ਦਾ। ਜੀ ਬਿਲਕੁਲ ਜੀ। ਵਿਸ਼ਵ ਭਰ ਦੀਆਂ ਸੰਗਤਾਂ ਨੇ ਸਿੱਖ ਚੈਨਲ ਦੇ ਰਾਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 401 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਹੋਰਾਂ ਦੇ ਕੋਲੋਂ ਸਮੁੱਚੇ ਇਤਿਹਾਸ ਦੇ ਬਾਬਤ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ। ਸੋ ਸਿੱਖ ਚੈਨਲ ਦਾ ਇਹ ਉਪਰਾਲਾ ਹਮੇਸ਼ਾ ਇਸੇ ਤਰ੍ਹਾਂ ਇਸ ਕਰਕੇ ਹੀ ਰਹਿੰਦਾ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਯੂਥ ਜਿਹੜਾ ਆ ਗੁਰ ਇਤਿਹਾਸ ਦੇ ਨਾਲ ਜੁੜ ਸਕੇ। ਸੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਸਾਂਝੇ ਰੂਪ ਦੇ ਵਿੱਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।